Good morning students. Now we will discuss the topic number 3rd of 19th chapter. आज ਆਪਾਂ डिस्कस करना कि पॉलिसीज़ ऑफ एग्रीकल्चर इंस्टीट्यूशनल आस्पैक्ट और द लैंड रिफॉर्म्स। सब तो पहले तुहानूं पता होना चाहिए भी रिफॉर्म्स का मतलब की हुंदा। रिफॉर्म्स का मतलब हुंदा सुधार करने किसी भी चीज़ दे विच। ਅੱਜ ਆਪਾਂ ਗੱਲ ਕਰਨੀ ਹੈ ਲੈਂਡ ਰਿਫਾਰਮਸ ਬਾਰੇ, ਮਤਲਬ ਭੂਮੀ ਸੁਧਾਰਾਂ ਬਾਰੇ ਗੱਲ ਕਰਾਂਗੇ ਜੋ ਖੇਤੀਬਾੜੀ ਦੇ ਵਿੱਚ ਅਪਣਾਈ ਗਈ। ਠੀਕ ਹੈ, ਹੁਣ ਦੇਖੋ ਸਭ ਤੋਂ ਪਹਿਲਾਂ ਆਪਾਂ ਮੀਨਿੰਗ ਪਤਾ ਕਰਦੇ ਹਾਂ ਕਿ ਲੈਂਡ ਰਿਫਾਰਮ ਹੁੰਦਾ ਕੀ ਹੈ। ਲੈਂਡ ਰਿਫਾਰਮਸ ਜਾਂ ਭੂਮੀ ਸੁਧਾਰ ਨੂੰ ਕੀ ਕਿਹਾ ਜਾਂਦਾ। ਕਹਿੰਦੇ ਲੈਂਡ ਰਿਫਾਰਮਸ ਰੈਫਰਸ ਟੂ ਆਲ ਕਾਈਂਡਸ ਆਫ ਪੋਲਿਸੀਜ਼। ਕਹਿੰਦੇ ਭੂਮੀ ਸੁਧਾਰ ਦਾ ਮਤਲਬ ਹੈ ਕਿ ਹਰੇਕ ਤਰ੍ਹਾਂ ਦੀਆਂ ਅਜਿਹੀਆਂ ਨੀਤੀਆਂ ਜਿਹਦੇ ਵਿੱਚ ਓਨਰਸ਼ਿਪ, ਟੈਂਡੈਂਸੀ ਐਂਡ ਮੈਨੇਜਮੈਂਟ ਆਫ ਲੈਂਡ, ਮਤਲਬ ਮਲਕੀਅਤ, ਕਿਰਾਏਦਾਰੀ ਅਤੇ ਭੂਮੀ ਪ੍ਰਬੰਧ ਤਿੰਨੋਂ ਸ਼ਾਮਿਲ ਹੋਣ। ਅਤੇ ਇਹਨਾਂ ਦੇ ਵਿੱਚ ਇੰਡਿਊਸਡ ਚੇਂਜਸ ਰਿਲੇਟਿੰਗ, ਮਤਲਬ ਕਿ ਇਹਨਾਂ ਤਿੰਨਾਂ ਦੇ ਵਿੱਚ ਚੇਂਜ ਦੇ ਨਾਲ ਰਿਲੇਟ ਕਰਦੇ ਆ, ਮਤਲਬ ਬਦਲਾਅ ਨੂੰ ਪ੍ਰੇਰਿਤ ਕਰਦੇ ਆ। ਹੁਣ ਦੇਖੋ ਜਿਹੜੇ ਲੈਂਡ ਰਿਫਾਰਮਸ ਆਪਾਂ ਕਹਿ ਸਕਦੇ ਹਾਂ, ਜਿਵੇਂ ਓਨਰਸ਼ਿਪ, ਮਤਲਬ ਜਿਹਦੀ ਜ਼ਮੀਨ ਹੁੰਦੀ ਆ ਉਹ ਮਾਲਕ ਹੁੰਦਾ ਜ਼ਮੀਨ ਦਾ। ਇਸ ਤੋਂ ਬਿਨਾਂ ਟੈਂਡੈਂਸੀ, ਮਤਲਬ ਜਿਹੜੇ ਉੱਥੇ ਕਿਰਾਏ 'ਤੇ ਉਸ ਖੇਤ ਨੂੰ ਕੀ ਆ ਉੱਥੇ ਕਲਟੀਵੇਸ਼ਨ ਕਰਦਾ, ਉਹਦੀ ਕਾਸ਼ਤ ਕਰਦਾ, ਉਹ 'ਤੇ ਜ਼ਮੀਨ ਉਗਾਉਂਦਾ ਅਤੇ ਆਪਣੀ ਮਿਹਨਤ ਕਰਦਾ। ਠੀਕ ਹੈ, ਉਹ ਜ਼ਮੀਨ ਨੂੰ ਉਗਾ ਕੇ ਕੀ ਆ ਉੱਥੇ ਉਹਨਾਂ ਨੂੰ ਵੇਚ ਕੇ ਕੀ ਆ ਜੋ ਵੀ ਪੈਸੇ ਪ੍ਰਾਪਤ ਕਰਦਾ ਉਹਦੇ ਕੀ ਆ ਇੱਕ ਕਿਰਾਏ ਵਜੋਂ ਕੀ ਆ ਮਾਲਕ ਨੂੰ ਦੇ ਦਿੰਦਾ। ਠੀਕ ਹੈ, ਕਿਉਂਕਿ ਉਹਦੀ ਜ਼ਮੀਨ ਹੁੰਦੀ ਹੈ ਇਸ ਲਈ ਉਹਦਾ ਹਿੱਸਾ ਕੀ ਆ ਓਨਰਸ਼ਿਪ ਨੂੰ ਦੇਣਾ ਪੈਂਦਾ। ਇਸ ਤੋਂ ਬਿਨਾਂ ਮੈਨੇਜਮੈਂਟ ਆਫ ਲੈਂਡ ਜਾਂ ਫਿਰ ਭੂਮੀ ਪ੍ਰਬੰਧ ਦੇ ਲਈ ਜਿਹੜੇ ਵੀ ਸੁਧਾਰ ਕੀਤੇ ਜਾਂਦੇ ਆ ਉਹਨਾਂ ਨੂੰ ਲੈਂਡ ਰਿਫਾਰਮਸ ਕਿਹਾ ਜਾਂਦਾ। ਇਸ ਤੋਂ ਅੱਗੇ ਦੇਖੋ, ਇਨ ਇੰਡੀਆ ਦਾ ਲੈਂਡ ਰਿਫਾਰਮਸ ਪ੍ਰੋਗਰਾਮ ਹੈਜ਼ ਰਿਮੇਨਡ ਵਨ ਆਫ ਦਾ ਮੇਜਰ ਪੋਲਿਸੀਜ਼ ਫॉर ਰੂਰਲ ਡਿਵੈਲਪਮੈਂਟ। ਕਹਿੰਦੇ ਜਦੋਂ ਕੀ ਆ ਆਪਣੇ ਇੰਡੀਆ ਦੇ ਵਿੱਚ ਲੈਂਡ ਰਿਫਾਰਮਸ ਪ੍ਰੋਗਰਾਮ ਉਦੋਂ ਤੋਂ ਕੀ ਆ ਇੱਕ ਮੇਜਰ ਪਾਲਿਸੀ ਬਣ ਗਈ ਜਦੋਂ ਦੀ ਕੀ ਆ ਆਪਣੇ ਇੰਡੀਆ ਦੇ ਵਿੱਚ ਪਲੈਨਿੰਗ ਪ੍ਰੋਸੈਸ ਸਟਾਰਟ ਹੋਇਆ। ਠੀਕ ਹੈ, ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਜਦੋਂ ਸਟਾਰਟਿੰਗ ਦੇ ਵਿੱਚ ਹੀ ਆਪਾਂ ਜਦੋਂ ਯੋਜਨਾ ਪ੍ਰਕਿਰਿਆ ਦੀ ਸ਼ੁਰੂਆਤ ਦੇ ਵਿੱਚ ਹੀ ਕੀ ਆ ਭੂਮੀ ਸੁਧਾਰ ਨੂੰ ਮੁੱਖ ਪ੍ਰੋਗਰਾਮ ਦੇ ਵਜੋਂ ਕੀ ਆ ਅਪਣਾਇਆ ਗਿਆ। ਕਾਹਦੇ ਲਈ? ਰੂਰਲ ਡਿਵੈਲਪਮੈਂਟ ਲਈ, ਜਿਹੜੇ ਪੇਂਡੂ ਖੇਤਰ ਆ ਉਹਨਾਂ ਦੇ ਵਿਕਾਸ ਦੇ ਲਈ। ਹੁਣ ਆਪਾਂ ਦੇਖਦੇ ਹਾਂ ਅੱਗੇ ਮੇਜਰ ਓਬਜੈਕਟਿਵਸ ਆਫ ਲੈਂਡ ਰਿਫਾਰਮਸ। ਕਹਿੰਦੇ ਮੁੱਖ ਉਦੇਸ਼ ਕੀ ਆ ਜਦੋਂ ਕੀ ਹੈ ਲੈਂਡ ਰਿਫਾਰਮਸ ਦੀ ਪੋਲਿਸੀਜ਼ ਨੂੰ ਅਪਣਾਇਆ ਗਿਆ, ਲੈਂਡ ਰਿਫਾਰਮਸ ਦੇ ਕੀ ਆ ਪ੍ਰੋਗਰਾਮਸ ਨੂੰ ਅਪਣਾਇਆ ਗਿਆ ਅਤੇ ਇਹਦੇ ਮੁੱਖ ਉਦੇਸ਼ ਕਿਹੜੇ ਸਨ। ਦੇਖੋ ਫਸਟ ਹੈਗਾ ਟੂ ਬ੍ਰੇਕ ਅਪ ਦਾ ਇੰਬੈਲੈਂਸਡ ਕੰਸਨਟ੍ਰੇਸ਼ਨ ਆਫ ਲੈਂਡ ਓਨਰਸ਼ਿਪ ਇਨ ਦਾ ਫਿਊ ਹੈਂਡਸ। ਠੀਕ ਹੈ, ਆਪਾਂ ਨੂੰ ਪਤਾ ਓਨਰਸ਼ਿਪ ਕੀ ਹੁੰਦੀ ਆ, ਕਿਸੇ ਵੀ ਤਰ੍ਹਾਂ ਦੀ ਮਲਕੀਅਤ। ਕਹਿੰਦੇ ਜਿਹੜੇ ਭੂਮੀ ਦੀ ਮਲਕੀਅਤ ਕੁਝ ਕੁ ਹੱਥਾਂ ਦੇ ਵਿੱਚ ਰੋਕਣ ਲਈ ਆਪਾਂ ਨੂੰ ਪਤਾ ਜਿਹੜੇ ਕਿਸਾਨ ਵੱਡੇ ਹੁੰਦੇ ਉਹ ਭੂਮੀ ਦੇ ਮਾਲਕ ਹੁੰਦੇ ਆ। ਠੀਕ ਹੈ, ਹੁਣ ਦੇਖੋ ਇਹਨਾਂ ਦਾ ਲੈਂਡ ਰਿਫਾਰਮ ਦਾ ਇਹ ਮੀਨਿੰਗ ਸੀ, ਇਹ ਉਦੇਸ਼ ਸੀਗਾ ਕਿ ਜਿਹੜਾ ਕੰਸਨਟ੍ਰੇਸ਼ਨ ਹੋ ਰਹੀ ਆ, ਕਹਿੰਦੇ ਕੁਝ ਕੁ ਹੱਥਾਂ ਦੇ ਵਿੱਚ ਹੀ ਓਨਰਸ਼ਿਪ ਸੀ, ਬਾਕੀ ਜਿਹੜੇ ਛੋਟੇ ਕਿਸਾਨ ਆ ਉਹ ਭੂਮੀ ਤੋਂ ਬਗੈਰ ਹੀ ਜੀ ਰਹੇ ਸੀ। ਠੀਕ ਹੈ, ਉਹਨਾਂ ਤੋਂ ਬਚਾਉਣਾ ਤਾਂ ਕਿ ਜਿਹੜੇ ਕਿਸਾਨ ਆ, ਛੋਟੇ ਕਿਸਾਨ ਆ, ਉਹਨਾਂ ਨੂੰ ਵੀ ਓਨਰਸ਼ਿਪ ਮਿਲ ਸਕੇ। ਇਸ ਤੋਂ ਅੱਗੇ ਕੀ ਆ ਟੂ ਲਿਫਟ ਅਪ ਦਾ ਪੀਸੈਂਟ ਕਲਾਸ। ਕਹਿੰਦੇ ਜਿਹੜੇ ਕਿਸਾਨ ਆ ਉਹਨਾਂ ਨੂੰ ਉਤਸ਼ਾਹਿਤ ਕਰਨਾ, ਪ੍ਰੋਟੈਕਟ ਦੇਅਰ ਰਾਈਟਸ, ਦੇ ਉਹਨਾਂ ਦੇ ਅਧਿਕਾਰ ਬਣਦੇ ਆ ਕਿਸਾਨਾਂ ਦੇ। ਠੀਕ ਹੈ, ਉਹਨਾਂ ਨੂੰ ਸੁਰੱਖਿਅਤ ਕਰਨਾ। ਇਸ ਤੋਂ ਬਿਨਾਂ ਰਿਡਿਊਸ ਇਨਕਮ ਡਿਸਪੈਰਿਟੀਜ਼ ਹੁੰਦਾ ਵੀ ਮਤਲਬ ਕਿ ਅਸਮਾਨਤਾ ਨੂੰ ਖਤਮ ਕਰਨਾ। ਕਿਹਦੀ? ਇਨਕਮ ਦੀ, ਜਿਹੜੀ ਆਮਦਨ ਵਿੱਚ ਅਸਮਾਨਤਾ, ਮਤਲਬ ਜਿਹੜੇ ਵੱਡੇ ਕਿਸਾਨ ਆ ਉਹਨਾਂ ਕੋਲ ਆਮਦਨ ਦੇ ਸਾਧਨ ਬਹੁਤ ਸਾਰੇ ਸਨ। ਠੀਕ ਹੈ, ਅਤੇ ਕਿਰਾਏਦਾਰ ਜਿਹੜੇ ਟੈਨੈਂਸੀ ਕਹਿ ਸਕਦੇ ਹਾਂ, ਜਿਹੜੇ ਕਿਰਾਏਦਾਰੀ 'ਤੇ ਕੀ ਆ ਖੇਤੀਬਾੜੀ ਕਰਦੇ ਸੀਗੇ ਉਹਨਾਂ ਦੇ ਕੋਲ ਇਨਕਮ ਬਹੁਤ ਘੱਟ ਸੀ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਇਨਕਮ ਡਿਸਪੈਰਿਟੀਜ਼ ਉਹਨਾਂ ਨੂੰ ਰਿਡਿਊਸ ਕਰਨਾ ਇਹਨਾਂ ਦਾ ਮੁੱਖ ਉਦੇਸ਼ ਸੀ। ਇਸ ਤੋਂ ਬਿਨਾਂ ਇਹਦਾ ਮੁੱਖ ਉਦੇਸ਼ ਹੋਰ ਕੀ ਸੀ? ਟੂ ਇਨਕਰੀਜ਼ ਐਗਰੀਕਲਚਰ ਪ੍ਰੋਡਕਸ਼ਨ। ਕਹਿੰਦੇ ਜਿਹੜੀ ਐਗਰੀਕਲਚਰ ਮਤਲਬ ਖੇਤੀਬਾੜੀ ਉਤਪਾਦਨ ਆ ਉਹਨੂੰ ਵਧਾਉਣਾ, ਉਹਦੀ ਉਤਪਾਦਕਤਾ ਦੇ ਵਿੱਚ ਵਾਧਾ ਕਰਨਾ। ਇਸ ਤੋਂ ਬਿਨਾਂ ਲਾਸਟ ਹੈਗਾ ਟੂ ਇੰਸ਼ੋਰ ਐਨ ਇਫੈਕਟਿਵ ਐਂਡ ਪ੍ਰੋਗਰੈਸਿਵ ਰਿਲੇਸ਼ਨਸ਼ਿਪ ਬਿਟਵੀਨ ਦਾ ਓਨਰਸ ਐਂਡ ਦਾ ਟੈਨੈਂਟਸ ਆਫ ਦਾ ਲੈਂਡ। ਕਹਿੰਦੇ ਜਿਹੜੇ ਕਿਰਾਏ 'ਤੇ ਭੂਮੀ ਵਾਹ ਰਹੇ ਹੁੰਦੇ ਆ, ਕਾਸ਼ਤ ਕਰਦੇ ਆ ਕਿਰਾਏ 'ਤੇ, ਠੀਕ ਹੈ, ਠੇਕੇ 'ਤੇ ਲੈ ਕੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਅਤੇ ਜਾਂ ਫਿਰ ਜਿਹੜੇ ਭੂਮੀ ਦੇ ਜਿਹੜੇ ਮਾਲਿਕ ਆ ਉਹਨਾਂ ਦੇ ਵਿਚਕਾਰ ਕਿਹੜਾ ਇਹੋ ਜਿਹਾ ਰਿਲੇਸ਼ਨਸ਼ਿਪ ਬਣਾਉਣਾ ਜੋ ਕਿ ਅੱਗੇ ਅਗਾਂਹ ਵਧੂ ਹੋਵੇ, ਮਤਲਬ ਪ੍ਰੋਗਰੈਸਿਵ ਹੋਵੇ। ਠੀਕ ਆ, ਪ੍ਰਗਤੀਸ਼ੀਲ ਹੋਵੇ, ਜਿਨ੍ਹਾਂ ਨਾਲ ਉਹਦਾ ਖੇਤੀਬਾੜੀ ਦਾ ਵਿਕਾਸ ਹੋਵੇ ਅਤੇ ਉਹਨਾਂ ਦਾ ਜਿਹੜਾ ਰਿਲੇਸ਼ਨਸ਼ਿਪ ਆ ਉਹ ਕੀ ਆ ਅਸਰਦਾਰ ਹੋਵੇ, ਇਫੈਕਟਿਵ ਹੋਵੇ। ਸੋ ਇਹ ਇੱਦਾਂ ਦੇ ਲੈਂਡ ਰਿਫਾਰਮ ਦੇ ਮੁੱਖ ਉਦੇਸ਼ ਸੀਗੇ। ਇਸ ਤੋਂ ਅੱਗੇ ਦੇਖੋ ਟੂ ਰੀਅਲਾਈਜ਼ ਥੀਜ਼ ਓਬਜੈਕਟਿਵ ਦਾ ਗਵਰਨਮੈਂਟ ਟੁੱਕ ਦਾ ਫੋਲੋਇੰਗ ਮੇਜਰ ਸਟੈਪਸ ਅੰਡਰ ਦਾ ਲੈਂਡ ਰਿਫਾਰਮਸ ਪ੍ਰੋਗਰਾਮ।
ਕਹਿੰਦੇ ਜਿਹੜੇ ਆਪਾਂ ਉੱਪਰ ਉਦੇਸ਼ ਪੜ੍ਹੇ ਆ, ਆਬਜੈਕਟਿਵਸ ਪੜ੍ਹੇ ਆ, ਉਹਨਾਂ ਨੂੰ ਰੀਅਲਾਈਜ਼ ਕਰਦੇ ਹੋਏ ਸਰਕਾਰ ਨੇ ਕੁਝ ਅਜਿਹੇ ਕਦਮ ਚੁੱਕੇ, ਇਹੋ ਜਿਹੇ ਲੈਂਡ ਰਿਫਾਰਮਸ ਦੇ ਪ੍ਰੋਗਰਾਮ ਬਣਾਏ ਜਿਨ੍ਹਾਂ ਨੂੰ ਅੱਗੇ ਆਪਾਂ ਡਿਸਕਸ ਕਰਾਂਗੇ। ਫਸਟ ਹੈਗਾ ਐਬੋਲਿਸ਼ਨ ਆਫ ਇੰਟਰਮੀਡੀਏਟਰੀਜ਼। ਕਹਿੰਦੇ ਵਿਚੋਲਿਆਂ ਦਾ ਖਾਤਮਾ ਕੀਤਾ। ਠੀਕ ਹੈ, ਸਰਕਾਰ ਨੇ ਇੱਕ ਪ੍ਰੋਗਰਾਮ ਬਣਾਇਆ ਜਿਹਦੇ ਵਿੱਚ ਕੀ ਵਿਚੋਲਿਆਂ ਦਾ ਪੂਰੀ ਤਰ੍ਹਾਂ ਦੇ ਨਾਲ ਕੀ ਹੈ ਖਾਤਮਾ ਹੋ ਜਾਊਗਾ। ਹੁਣ ਆਪਾਂ ਨੂੰ ਪਤਾ ਜਿਹੜੀ ਆਪਣੀ ਇੰਡੀਆ ਦੇ ਵਿੱਚ ਪਹਿਲਾਂ ਜ਼ਿਮੀਂਦਾਰੀ ਪ੍ਰਥਾ ਚੱਲਦੀ ਸੀ, ਮਾਹਲਵਾਰੀ ਪ੍ਰਥਾ ਚੱਲਦੀ ਸੀ, ਅਤੇ ਇੱਕ ਰੋਇਤ ਵਾਲੀ ਪ੍ਰਥਾ ਚੱਲਦੀ ਸੀ। ਇਹਦੇ ਵਿੱਚ ਕੀ ਹੈ, ਜ਼ਿਮੀਂਦਾਰ ਤੁਹਾਨੂੰ ਪਤਾ ਵੀ ਜਿਹੜੇ ਕਿਸਾਨਾਂ ਦਾ ਸ਼ੋਸ਼ਣ ਕਰਦੇ ਸੀ, ਉਹਨਾਂ ਤੋਂ ਕਿਰਾਇਆ ਵਗੈਰਾ ਵਸੂਲ ਕਰਦੇ ਸੀਗੇ। ਠੀਕ ਹੈ, ਉਹ ਜੋ ਮਾਲਕ ਹੁੰਦੇ ਸੀਗੇ ਕਿਸਾਨ, ਠੀਕ ਹੈ, ਖੇਤਾਂ ਦੀ। ਇਸ ਤੋਂ ਅੱਗੇ ਕੀ ਹੈ, ਮਾਹਲਵਾਰੀ ਕੀ ਹੁੰਦੇ ਆ, ਇੱਕ ਵਿਲੇਜ ਦੇ ਵਿੱਚ ਇੱਕ ਹੈੱਡ ਬਣਾਇਆ ਜਾਂਦਾ ਸੀ ਜੋ ਫਾਰਮਰਸ ਤੋਂ ਕੀ ਆ ਲੈਂਡ ਰੈਵਨਿਊ ਇਕੱਠਾ ਕਰ ਲੈਂਦਾ ਸੀਗਾ। ਠੀਕ ਹੈ, ਜਿਹੜੇ ਸਾਰੇ ਫਾਰਮਰ ਸੀ, ਕਿਸਾਨ ਸੀ, ਉਹਨਾਂ ਤੋਂ ਇੱਕ ਟੈਕਸ ਦੀ ਤਰ੍ਹਾਂ ਕੀ ਹੈ ਪੈਸੇ ਇਕੱਠੇ ਕਰਦਾ ਸੀਗਾ। ਠੀਕ ਹੈ, ਇਹ ਵੀ ਇੱਕ ਛੋਟੇ ਕਿਸਾਨਾਂ 'ਤੇ ਬਹੁਤ ਜ਼ਿਆਦਾ ਬਰਡਨ ਪੈ ਰਿਹਾ ਸੀ ਇਹਦਾ ਵੀ। ਇਸ ਤੋਂ ਅੱਗੇ ਰੋਹਿਤ ਵਾਲੀ ਕੀ ਹੁੰਦਾ, ਇਹਦੇ ਵਿੱਚ ਜਿਹੜੇ ਫਾਰਮਰਸ ਆ ਉਹ ਡਾਇਰੈਕਟ ਜਾ ਕੇ ਜਿਹੜੀ ਸਟੇਟ ਆ, ਰਾਜ ਦੀ ਸਰਕਾਰ ਨੂੰ ਕੀ ਆ ਇੱਕ ਲੈਂਡ ਰੈਵਨਿਊ ਦਿੰਦੇ ਸੀਗੇ। ਠੀਕ ਹੈ, ਭੂਮੀ ਦਾ ਕੀ ਆਮਦਨ ਦਿੰਦੇ ਸੀ ਆਪਦਾ ਕੁਝ ਕੁ ਹਿੱਸਾ। ਸੋ ਇਹਨਾਂ ਕਾਰਨਾਂ ਕਰਕੇ ਹੀ ਜਿਹੜਾ ਤਿੰਨੇ ਪ੍ਰਥਾਵਾਂ ਕਰਕੇ ਆਪਣੇ ਜਿਹੜੇ ਵਿਚੋਲੇ ਸੀਗੇ, ਮੇਨ ਵਿਚੋਲੇ ਬਣਦੇ ਜਾ ਰਹੇ ਸੀ, ਜਿਹਦੇ ਨਾਲ ਕੀ ਆ ਛੋਟੇ ਕਿਸਾਨਾਂ ਨੂੰ ਲਾਭ ਬਹੁਤ ਘੱਟ ਹੁੰਦੇ ਸੀ। ਸੋ ਸਰਕਾਰ ਨੇ ਕੀ ਕੀਤਾ, ਭੂਮੀ ਰਿਫਾਰਮ ਦੇ ਵਿੱਚ ਇਹਨਾਂ ਵਿਚੋਲਿਆਂ ਦਾ ਖਾਤਮਾ ਕੀਤਾ। ਅਤੇ ਇਸ ਤੋਂ ਅੱਗੇ ਕੀ ਆ ਜਿਹੜੇ ਇਹਦੇ ਨਾਲ ਕੀ ਹੋਇਆ, ਕਹਿੰਦੇ ਜਿਹੜੇ 2 ਕਰੋੜ ਇਹੋ ਜਿਹੇ ਕਲਟੀਵੇਟਰਸ ਸੀਗੇ ਜਿਹੜੇ ਡਾਇਰੈਕਟ ਕੰਟੈਕਟ ਵਿਦ ਦਾ ਗੌਰਮੈਂਟ। ਠੀਕ ਹੈ, ਵਿਚੋਲਿਆਂ ਦੇ ਖਤਮ ਕਰਨ ਤੋਂ ਪਹਿਲਾਂ ਜਦੋਂ ਇਹ ਹਟ ਗਏ ਸਾਰੇ, ਤਾਂ ਕੀ ਆ ਜਿਹੜੇ ਕਲਟੀਵੇਟਰਸ ਆ, ਕਾਸ਼ਤਕਾਰ ਜਿਹਨੂੰ ਆਪਾਂ ਕਹਿ ਸਕਦੇ ਹਾਂ, ਠੀਕ ਹੈ, ਉਹਨਾਂ ਨੇ ਡਾਇਰੈਕਟ ਕਿਹਨਾਂ ਨਾਲ ਕੰਟੈਕਟ ਕੀਤਾ, ਗੌਰਮੈਂਟ ਨਾਲ ਕਨੈਕਟ ਕੀਤਾ। ਸੋ ਇਹਨਾਂ ਨਾਲ ਕੀ ਹੋ ਗਿਆ, ਦੇ ਵਰ freed by from being exploited by the ਜ਼ਿਮੀਂਦਾਰਸ। ਕਹਿੰਦੇ ਉਹ ਜ਼ਿਮੀਂਦਾਰਸ ਕੀ ਸੀ, ਕਿਸਾਨਾਂ ਦਾ ਕੀ ਹੈ ਇੱਕ ਤਰ੍ਹਾਂ ਦੇ ਨਾਲ ਸ਼ੋਸ਼ਣ ਕਰਦੇ ਸੀ। ਸੋ ਇਸ ਤਰ੍ਹਾਂ ਉਹ ਕੀ ਆ ਇਹਨਾਂ ਤੋਂ ਫ੍ਰੀ ਹੋ ਗਏ ਅਤੇ ਫ੍ਰੀ ਆਪਣੀ ਖੇਤੀ ਕਰਨ ਲੱਗੇ। ਇਸ ਤੋਂ ਅੱਗੇ ਸੈਕਿੰਡ ਰਿਫਾਰਮ ਕੀ ਹੈ, ਟੈਨੈਂਸੀ ਰਿਫਾਰਮਸ, ਜਿਹਨੂੰ ਕਿਰਾਏਦਾਰੀ ਰਿਫਾਰਮਸ ਕਿਹਾ ਜਾਂਦਾ। ਇਹਦੇ ਵਿੱਚ 3 ਤਰ੍ਹਾਂ ਦੇ ਰਿਫਾਰਮਸ ਕੀਤੇ ਗਏ। ਪਹਿਲਾ ਹੈਗਾ ਰੈਗੂਲੇਸ਼ਨ ਆਫ ਰੈਂਟ। ਕਹਿੰਦੇ ਕਿਰਾਏ ਦਾ ਨਿਗਮ ਬਣਾਇਆ ਗਿਆ। ਕਹਿੰਦੇ ਜਿਹੜੇ ਕਿਰਾਏਦਾਰ ਆ, ਠੀਕ ਹੈ, ਕਿਰਾਏ 'ਤੇ ਖੇਤੀ ਕਰਦੇ ਸੀ, ਉਹ ਭੂਮੀ ਮਾਲਕਾਂ ਨੂੰ ਸਿਰਫ ਕੀ ਹੈ ਇੱਕ ਬਣਾ ਦਿੱਤਾ ਗਿਆ 20 ਤੋਂ 25% ਤੱਕ ਹੀ ਰੈਂਟ ਦੇਣਗੇ, ਇਸ ਤੋਂ ਜ਼ਿਆਦਾ ਨਹੀਂ। ਠੀਕ ਹੈ, ਇਸ ਤੋਂ ਅੱਗੇ ਸਿਕਿਉਰਿਟੀ ਆਫ ਟੈਨਿਓਰ। ਕਹਿੰਦੇ ਕਾਰਜਕਾਲ ਦੀ ਸੁਰੱਖਿਆ ਵੀ ਬਣਾਈ ਗਈ। ਕਹਿੰਦੇ ਜਦੋਂ ਤੱਕ ਕੀ ਆ ਕੋਈ ਵੀ ਕਿਰਾਇਆ ਦਿੰਦੇ ਆ, ਠੀਕ ਹੈ, ਜਿਹੜੇ ਉੱਥੇ ਕਾਸ਼ਤ ਕਰਦੇ ਆ, ਕਿਰਾਏਦਾਰ ਆ, ਠੀਕ ਹੈ, ਜੋ ਜ਼ਮੀਨ ਵਾਹੁੰਦੇ ਆ, ਉਹ ਜਿੰਨਾ ਚਿਰ ਕਿਰਾਇਆ ਦਿੰਦੇ ਆ ਤਦ ਤੱਕ ਕੀ ਆ ਉਹਨਾਂ ਦੀ ਜ਼ਮੀਨ ਨੂੰ ਨਹੀਂ ਕੱਢਿਆ ਜਾ ਸਕਦਾ। ਠੀਕ ਹੈ, ਜ਼ਮੀਨ ਵਾਹੁਣ ਤੋਂ ਉਹਨਾਂ ਨੂੰ ਨਹੀਂ ਰੋਕਿਆ ਜਾ ਸਕਦਾ। ਇਸ ਤੋਂ ਅੱਗੇ ਹੈਗਾ ਓਨਰਸ਼ਿਪ ਰਾਈਟਸ, ਮਾਲਕਾਨਾ ਅਧਿਕਾਰ। ਇਹਦੇ ਵਿੱਚ ਕੀ ਆ, ਕਹਿੰਦੇ ਜਿਹੜੇ ਭੂਮੀ ਰਹਿਤ ਮਜ਼ਦੂਰ ਆ, ਮਤਲਬ ਜਿਨ੍ਹਾਂ ਕੋਲ ਭੂਮੀ ਨਹੀਂ ਹੈਗੀ, ਠੀਕ ਹੈ, ਉਹ ਕੀ ਆ ਜਦੋਂ ਤੱਕ ਕੀ ਆ ਉਹਨਾਂ ਦੁਆਰਾ ਜਿਹੜੇ ਖੇਤ ਵਾਹੇ ਜਾਂਦੇ ਆ, ਠੀਕ ਹੈ, ਉਹਨਾਂ ਖੇਤਾਂ 'ਤੇ ਕੀ ਆ ਇਹਨਾਂ ਦਾ ਪੂਰਾ ਤਰ੍ਹਾਂ ਦੇ ਨਾਲ ਕੀ ਆ ਓਨਰਸ਼ਿਪ ਆ, ਉਹਨਾਂ ਦਾ ਅਧਿਕਾਰ ਹੈ। ਇਸ ਤੋਂ ਅੱਗੇ ਹੈਗਾ ਸੀਲਿੰਗ ਔਨ ਲੈਂਡ ਹੋਲਡਿੰਗ। ਕਹਿੰਦੇ ਭੂਮੀ ਦੀ ਪਕੜ ਦੀ ਸੀਮਾ, ਇਹ ਵੀ ਨਿਯਮ ਬਣਾਇਆ ਗਿਆ। ਇਹਦੇ ਵਿੱਚ ਦੇਖੋ ਕੀ ਆ, ਇਹਦੇ ਵਿੱਚ ਦੇਖੋ ਸਰਕਾਰ ਨੇ ਕਿਹਾ ਵੀ ਇੱਕ ਸੀਮਾ ਤੱਕ ਹੀ ਕੋਈ ਜਿਹੜਾ ਭੂਮੀ ਆ, ਕਿਸਾਨ ਆ, ਉਹ ਭੂਮੀ ਆਪਣੇ ਕੋਲ ਰੱਖ ਸਕਦਾ। ਜੇ ਉਹ ਕਿਸਾਨ ਕੋਲ ਇਸ ਸੀਮਾ ਤੋਂ ਜ਼ਿਆਦਾ ਕੀ ਆ ਭੂਮੀ, ਅਤੇ ਜਿਹੜੀ ਉਹ ਜ਼ਿਆਦਾ ਭੂਮੀ ਆ ਉਹ ਸਰਕਾਰ ਲੈ ਲਊਗੀ। ਠੀਕ ਹੈ, ਉਹ ਸਰਕਾਰ ਕੀ ਕਰੂਗੀ, ਉਸ ਭੂਮੀ ਨੂੰ ਲੈ ਕੇ ਜਿਹੜੇ ਛੋਟੇ ਕਿਸਾਨ ਆ ਉਹਨਾਂ ਦੇ ਵਿੱਚ ਵੰਡ ਦਊਗੀ। ਠੀਕ ਹੈ, ਇਸ ਤਰ੍ਹਾਂ ਕੀ ਆ ਭੂਮੀ ਦੀ ਪਕੜ ਦੀ ਸੀਮਾ ਤੈਅ ਕੀਤੀ ਗਈ ਵੀ ਜੋ ਵੀ ਇਸ ਸੀਮਾ ਤੋਂ ਵੱਧ ਜਿਹਦੇ ਕੋਲ ਕੀ ਆ ਭੂਮੀ ਆ ਉਹ ਸਰਕਾਰ ਲੈ ਲਊਗੀ ਅਤੇ ਗਰੀਬ ਕਿਸਾਨਾਂ ਨੂੰ ਦੇ ਦਊਗੀ। ਇਸ ਤੋਂ ਅੱਗੇ ਹੈਗਾ ਕੰਸੋਲੀਡੇਸ਼ਨ ਆਫ ਹੋਲਡਿੰਗ। ਕੰਸੋਲੀਡੇਸ਼ਨ ਕੀ ਹੁੰਦਾ, ਇਹਨੂੰ ਚੱਕਬੰਦੀ ਕਿਹਾ ਜਾਂਦਾ। ਚੱਕਬੰਦੀ ਦਾ ਅਰਥ ਹੁੰਦਾ ਵੀ ਜਿਹੜੇ ਕਿਸਾਨਾਂ ਦੇ ਕੋਲ ਇੱਕੋ ਜਗ੍ਹਾ 'ਤੇ ਕੀ ਆ ਸਾਰੀ ਭੂਮੀ 'ਤੇ ਪਕੜ ਹੋਵੇ, ਮਤਲਬ ਸਾਰੀ ਭੂਮੀ ਇੱਕ ਜਗ੍ਹਾ 'ਤੇ ਹੋਏ, ਨਾ ਕਿ ਟੁਕੜਿਆਂ ਦੇ ਵਿੱਚ। ਹੁਣ ਜੇ ਦੇਖੋ ਕਿਸੇ ਕਿਸਾਨ ਕੋਲ ਟੁਕੜਿਆਂ ਦੇ ਵਿੱਚ ਖੇਤੀ ਆ, ਕੋਈ ਕਿੱਥੇ ਆ, ਅਤੇ ਇਹਦੇ ਵਿੱਚ ਕੀ ਆ ਉਹਨਾਂ ਨੂੰ ਕਾਸ਼ਤ ਕਰਨੀ ਬਹੁਤ ਔਖੀ ਹੋ ਜਾਊਗੀ। ਸੋ ਇਹਦੇ ਵਿੱਚ ਕੀ ਸੁਧਾਰ ਕੀਤਾ ਗਿਆ ਵੀ ਜਿਹੜੇ ਕਿਸਾਨਾਂ ਕੋਲ ਜਿਹੜੀ ਵੀ ਕਹਿੰਦੇ ਭੂਮੀ ਆ, ਭੂਮੀ ਦੀ ਪਕੜ ਦੀ ਚੱਕਬੰਦੀ ਕੀਤੀ ਜਾਵੇ। ਚੱਕਬੰਦੀ ਮਤਲਬ ਉਹਨਾਂ ਨੂੰ ਇੱਕ ਜਗ੍ਹਾ 'ਤੇ ਹੀ ਸਾਰੀ ਖੇਤੀ ਦਿੱਤੀ ਜਾਵੇ, ਸਾਰੀ ਜ਼ਮੀਨ ਦਾ ਟੁਕੜਾ ਦਿੱਤਾ ਜਾਵੇ। ਠੀਕ ਹੈ, ਇਸ ਤਰ੍ਹਾਂ ਕਰਨ ਦੇ ਨਾਲ ਕੀ ਆ ਜਿਹੜੇ ਕਿਸਾਨ ਉਹ ਵਧੀਆ ਤਰੀਕੇ ਦੇ ਨਾਲ ਖੇਤੀ ਕਰ ਸਕਦੇ ਆ। ਇਸ ਤੋਂ ਅੱਗੇ ਹੈਗਾ ਕੋਆਪਰੇਟਿਵ ਫਾਰਮਿੰਗ, ਸਹਿਕਾਰੀ ਖੇਤੀ।
ਕੋਆਪਰੇਟਿਵ ਜਿਹੜੀ ਕੋਆਪਰੇਟਿਵ ਫਾਰਮਿੰਗ ਆ, ਸਹਿਕਾਰੀ ਖੇਤੀ ਆ, ਇਹਦੇ ਵਿੱਚ ਕੀ ਸੀ, ਜਿਹੜੇ ਛੋਟੇ ਛੋਟੇ ਕਿਸਾਨ ਆ, ਸਰਕਾਰ ਨੇ ਕੀ ਆ ਇੱਕ ਇਹੋ ਜਿਹੀ ਨੀਤੀ ਬਣਾਈ ਜਿਹਦੇ ਵਿੱਚ ਛੋਟੇ ਛੋਟੇ ਕਿਸਾਨ ਆ ਇਕੱਠੇ ਹੀ ਭੂਮੀ ਦੀ ਕੀ ਆ ਵਾਹੀ ਕਰਨਗੇ। ਠੀਕ ਹੈ, ਉਹਨਾਂ ਦੀ ਭੂਮੀ ਦੇ ਉੱਤੇ ਕੀ ਆ ਆਪਣੀ ਖੇਤੀ ਕਰਨਗੇ, ਜਿਹਦੇ ਨਾਲ ਕੀ ਆ ਛੋਟੇ ਛੋਟੇ ਕਿਸਾਨਾਂ ਕੋਲ ਵੀ ਜਿਹੜੀ ਵੱਡੀ ਮਾਤਰਾ ਦੇ ਵਿੱਚ ਜ਼ਮੀਨ ਆ ਜਾਊਗੀ। ਠੀਕ ਹੈ, ਉਹਦੇ ਵਿੱਚ ਉਹ ਚੰਗੀ ਗੁਣਵੱਤਾ ਵਾਲੇ ਬੀਜ, ਜਿਹੜੇ ਕੈਮੀਕਲਸ, ਠੀਕ ਹੈ, ਉਹਦੇ ਨਾਲ ਚੰਗੀ ਤਰ੍ਹਾਂ ਦੇ ਨਾਲ ਉਹ ਸਿੰਚਾਈ ਦੇ ਸਾਧਨ ਜਾਂ ਆਧੁਨਿਕ ਤਰੀਕੇ ਦੇ ਨਾਲ ਖੇਤੀ ਕਰ ਸਕਦੇ ਆ। ਇਸ ਤੋਂ ਬਿਨਾਂ ਕੀ ਆ ਜਦੋਂ ਉਹ ਆਧੁਨਿਕ ਤਰੀਕੇ ਦੇ ਨਾਲ ਖੇਤੀ ਕਰਨ ਲੱਗ ਜਾਣਗੇ ਤਾਂ ਉਹਦੇ ਨਾਲ ਕੀ ਆ ਖੇਤੀ ਉਤਪਾਦਨ ਦੇ ਵਿੱਚ ਵਾਧਾ ਹੋਊਗਾ, ਅਤੇ ਜਿਹੜੇ ਖੇਤੀ ਉਤਪਾਦਨ ਦੇ ਵਿੱਚ ਵਧਣ ਨਾਲ ਓਬਵੀਅਸਲੀ ਆ ਜਿਹੜੀ ਕਿਸਾਨ ਦੀ ਇਨਕਮ ਦੇ ਵਿੱਚ ਵੀ ਵਾਧਾ ਹੋਊਗਾ। ਸੋ ਇਹ ਸਾਰੇ ਰਿਫੋਰਮਸ, 5 ਰਿਫੋਰਮਸ ਜਿਹੜੇ ਸਰਕਾਰ ਨੇ ਕੀਤੇ। ਇਸ ਤੋਂ ਅੱਗੇ ਆਪਾਂ ਇਹਨਾਂ ਰਿਫੋਰਮਸ ਦੀ ਕੀ ਆ ਇਵੈਲੂਏਸ਼ਨ ਕਰਦੇ ਹਾਂ। ਠੀਕ ਹੈ, ਵੀ ਇਹ ਕਿੱਥੋਂ ਤੱਕ ਕੀ ਆ ਸਫਲ ਤੇ ਅਸਫਲ ਰਹੀ। ਦੇਖੋ, ਇਵੈਲੂਏਸ਼ਨ ਔਰ ਅਪਰੇਜ਼ਲ ਆਫ ਲੈਂਡ ਰਿਫੋਰਮਸ, ਭੂਮੀ ਸੁਧਾਰ ਦੀ ਪੜਤਾਲ ਅਤੇ ਮੁਲਾਂਕਣ। ਕਹਿੰਦੇ ਜਦੋਂ ਭੂਮੀ ਸੁਧਾਰ ਦੇ ਨਿਯਮਾਂ ਨੂੰ ਲਾਗੂ ਕੀਤਾ ਗਿਆ ਸਰਕਾਰ ਦੁਆਰਾ, ਠੀਕ ਹੈ, ਪਹਿਲਾਂ ਤਾਂ ਉਹਨਾਂ ਨੂੰ ਬਹੁਤ ਜੋਸ਼ ਅਤੇ ਚੰਗੀ ਨੀਅਤ ਦੇ ਨਾਲ ਕੀ ਆ ਸ਼ੁਰੂ ਕੀਤਾ ਗਿਆ, ਪਰ ਬਾਅਦ ਵਿੱਚ ਕੀ ਆ ਇਹਨਾਂ ਰਿਫੋਰਮਸ ਦਾ ਕੋਈ ਚੰਗਾ ਕੀ ਆ ਆਨਸਰ ਨਹੀਂ ਹੋਇਆ। ਠੀਕ ਹੈ, ਚੰਗਾ ਬੈਨੀਫਿਟ ਨਹੀਂ ਪ੍ਰਾਪਤ ਹੋਇਆ। ਬਹੁਤ ਸਾਰੇ ਮਾਹਿਰ ਸੀ, ਉਹਨਾਂ ਨੇ ਕਿਹਾ ਵੀ ਜਿਹੜੇ ਭੂਮੀ ਸੁਧਾਰ ਆ ਉਹ ਪੂਰੀ ਤਰ੍ਹਾਂ ਦੇ ਨਾਲ ਅਸਫਲ ਹਨ। ਠੀਕ ਹੈ, ਅਸਫਲ ਹੋ ਗਏ ਪੂਰੀ ਤਰ੍ਹਾਂ। ਫਸਟ ਦੇਖੋ ਇਹ ਕਿਉਂ ਅਸਫਲ ਹੋ ਗਏ। ਕਹਿੰਦੇ ਟੈਨੈਂਸੀ ਰਿਫੋਰਮਸ, ਕਹਿੰਦੇ ਜਿਹੜੇ ਕਿਰਾਏਦਾਰੀ ਦੇ ਵਿੱਚ ਸੁਧਾਰ ਕੀਤੇ ਗਏ ਸੀ, ਪ੍ਰੋਵਾਈਡਰ ਟੈਨੈਂਟਸ ਵਿਦ ਓਨਰਸ਼ਿਪ ਰਾਈਟਸ, ਕਹਿੰਦੇ ਉਹਨਾਂ ਨੇ ਕਿਰਾਏਦਾਰਾਂ ਨੂੰ ਕੀ ਆ ਬਹੁਤ ਤਰ੍ਹਾਂ ਦੇ ਜਿਹੜੀ ਮਲਕੀਅਤ ਦਾ ਅਧਿਕਾਰ ਦਿਵਾ ਦਿੱਤਾ, ਪਰ ਫਿਰ ਉਹ ਕਿੰਨਾ ਸੀਗਾ, ਬਟ ਓਨਲੀ 4%, ਪੂਰੇ ਦੇਸ਼ ਦੇ ਵਿੱਚੋਂ ਉਹ ਕਿੰਨਾ ਸੀ, ਸਿਰਫ 4% ਜ਼ਮੀਨ ਸੀ ਜਿਨ੍ਹਾਂ ਦਾ ਕੀ ਆ ਓਨਰਸ਼ਿਪ ਮਿਲੀ ਕਿਹਨੂੰ, ਕਿਰਾਏਦਾਰਾਂ ਨੂੰ। ਠੀਕ ਹੈ, ਇਸ ਤੋਂ ਅੱਗੇ ਦੇਖੋ, ਇਸ ਤੋਂ ਅੱਗੇ ਹੈਗਾ ਰੀਡਿਸਟ੍ਰੀਬਿਊਸ਼ਨ ਆਫ ਓਨਰਸ਼ਿਪ ਆਫ ਲੈਂਡ ਟੁਕ ਪਲੇਸ। ਕਹਿੰਦੇ ਭੂਮੀ ਦੀ ਜਿਹੜੀ ਮਲਕੀਅਤ ਦੀ ਦੁਬਾਰਾ ਰੀਡਿਸਟ੍ਰੀਬਿਊਸ਼ਨ ਕੀਤੀ ਗਈ। ਠੀਕ ਹੈ, ਭੂਮੀ ਦੀ ਮਲਕੀਅਤ ਦੀ ਦੁਬਾਰਾ ਵੰਡ ਕੀਤੀ ਗਈ, ਪਰ ਇਹਦਾ ਕੀ ਅਸਰ ਹੋਇਆ, ਸਿਰਫ ਕੀ ਆ ਇਹ ਪੂਰੀ ਓਪਰੇਟਿੰਗ ਜਿਹੜੀ ਕੰਮ ਕਰਨ ਵਾਲੀ ਜ਼ਮੀਨ ਦਾ ਕੁੱਲ ਕਿੰਨੇ % ਸੀ, 20%, ਜੋ ਕਿ ਬਹੁਤ ਜ਼ਿਆਦਾ ਘੱਟ ਸੀ। ਇਸ ਕਰਕੇ ਇਹ ਸਫਲ ਰਹੇ। ਠੀਕ ਹੈ, ਇਸ ਤੋਂ ਅੱਗੇ ਕੀ ਆ ਲਾਸਟ ਦੇ ਵਿੱਚ ਦੇਖੋ ਟੇਕਨ ਟੂਗੈਦਰ। ਕਹਿੰਦੇ ਜੇ ਇਕੱਠਿਆਂ ਤੌਰ 'ਤੇ ਦੇਖਿਆ ਜਾਵੇ ਤਾਂ ਆਪਾਂ ਕੀ ਕਹਿ ਸਕਦੇ ਹਾਂ। ਕਹਿੰਦੇ ਜਿਹੜੇ ਲੈਂਡ ਰਿਫੋਰਮਸ ਆ ਉਹਦਾ ਬੈਨੀਫਿਟ ਸਿਰਫ ਕਿੰਨੇ % ਹੋਇਆ, 6% ਓਪਰੇਟਰ ਏਰੀਆ 'ਤੇ। ਠੀਕ ਆ, ਪੂਰੀ ਕੰਟਰੀ ਦੇ ਵਿੱਚੋਂ 6% ਏਰੀਆ ਸੀਗਾ ਕੰਮਕਾਜੀ ਜਿਹਨੂੰ ਏਰੀਆ ਕਿਹਾ ਜਾਂਦਾ, ਜਿਹਦਾ ਕੀ ਹੈ ਇਹਨੂੰ ਬੈਨੀਫਿਟ ਮਿਲਿਆ। ਬਾਕੀ ਦਾ ਸਾਰਾ ਪਾਰਟ ਕੀ ਆ ਇਹਦੇ ਅੰਡਰ ਉਹਨਾਂ ਨੂੰ ਬੈਨੀਫਿਟ ਨਹੀਂ ਮਿਲਿਆ। ਸੋ ਇਸ ਤੋਂ ਬਿਨਾਂ ਆਪਾਂ ਕਹਿ ਸਕਦੇ ਹਾਂ ਜਿਹੜਾ ਸੋਸ਼ਲ ਜਾਂ ਇਕਨੋਮਿਕ ਪੋਜ਼ੀਟਿਵ ਇੰਪੈਕਟ ਆ ਉਹ ਵੀ ਇਹਨਾਂ ਦਾ ਨਹੀਂ ਪਿਆ ਲੈਂਡ ਰਿਫੋਰਮਸ ਦਾ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਇਹ ਪੂਰੀ ਤਰ੍ਹਾਂ ਦੇ ਨਾਲ ਕੀ ਆ ਅਸਫਲ ਹੈ। ਇੱਥੇ ਆਪਣਾ ਜਿਹੜਾ ਟੌਪਿਕ ਆ ਫਿਨਿਸ਼ ਹੋ ਜਾਂਦਾ। ਥੈਂਕ ਯੂ ਸਟੂਡੈਂਟਸ।